Hello everyone, welcome to Victor's Knowledge. This is Chinu Sharma, and today we are going to take up another part 3 for our important series on current affair. Also, if you are visiting my channel for the first time, please do subscribe to it. So if you have any query regarding my special notes for PPSC exams or for this mock test or for any paid video crash course for PPSC combined cooperative as well as knife tehsil exam, you can send email on this below mentioned address, that is legalvictor02896@gmail.com. So now starting with the today's question, first question is, which state government recently tabled a bill that will abolish all the state-run madrasas and will convert them into school from April 1st, 2021? 1 ਅਪ੍ਰੈਲ 2021 ਤੋਂ ਇੱਕ ਅਜਿਹੀ ਸਟੇਟ ਦੀ ਸਰਕਾਰ ਹੈ ਜਿਨੇ ਆਪਣੇ ਅਸੈਂਬਲੀ ਦੇ ਵਿੱਚ ਇੱਕ ਬਿੱਲ ਲਿਆਂਦਾ। ਸੋ ਉਹ ਬਿੱਲ ਸੀ ਕਿ ਜਿੰਨੇ ਵੀ ਸਰਕਾਰੀ ਮਦਰਸੇ ਨੇ ਉਸ ਸਟੇਟ ਦੇ ਅੰਦਰ ਸਾਰਿਆਂ ਨੂੰ 1 ਅਪ੍ਰੈਲ ਤੋਂ ਸਕੂਲਾਂ ਦੇ ਵਿੱਚ ਤਬਦੀਲ ਕਰ ਦਿੱਤਾ ਜਾਊਗਾ। ਸੋ ਇਹ ਸਟੇਟ ਗਵਰਨਮੈਂਟ ਹੈ ਅਸਮ, ਆਪਸ਼ਨ 2। ਅਭਿਜੀਤ ਵਿਨਾਇਕ ਬੈਨਰਜੀ, ਇਹਨਾਂ ਨੂੰ ਅਵਾਰਡ ਮਿਲਿਆ 2019 ਵਿੱਚ ਨੋਬਲ ਮੈਮੋਰੀਅਲ ਪ੍ਰਾਈਜ਼। ਸੋ ਆਪਾਂ ਨੇ ਦੱਸਣਾ ਕਿ ਇਹਨਾਂ ਨੂੰ ਕਿਹੜੇ ਸਬਜੈਕਟ ਦੇ ਲਈ ਇਹ ਪ੍ਰਾਈਜ਼ ਮਿਲਿਆ ਹੈ। ਸੋ ਦਿਸ ਵਾਸ ਅਵਾਰਡਡ ਫॉर ਇਕਨੋਮਿਕਸ, ਆਪਸ਼ਨ 4, ਵੈਰੀ ਇੰਪੋਰਟੈਂਟ। 15ਵਾਂ ਫਾਈਨੈਂਸ ਕਮਿਸ਼ਨ ਸੀ ਜਿਹੜਾ ਉਹਨੇ ਰეკਮੈਂਡ ਕੀਤਾ ਸੀ ਕਿ ਸਟੇਟਸ ਦੇ ਲਈ ਜਿਹੜੀ ਰੈਵਨਿਊ ਡੈਫਿਸਿਟ ਗ੍ਰਾਂਟ ਹੈ ਉਹ ਕਿੰਨੀ ਹੋਣੀ ਚਾਹੀਦੀ ਹੈ ਤੇ ਕਿੰਨੀਆਂ ਸਟੇਟਸ ਦੇ ਲਈ। ਸੋ ਇਹ ਸੀ as per 15th finance commission, which is very important, 2.94 lakh crore for 17 states. So 17 states ਦੇ ਲਈ 2.94 ਲੱਖ ਕਰੋੜ ਦਾ ਰੈਵਨਿਊ ਡੈਫਿਸਿਟ ਗ੍ਰਾਂਟ ਦੇਣਾ ਚਾਹੀਦਾ ਹੈ as per 15th finance commission. ਨੈਕਸਟ ਇਜ਼ 2019 ਯੂਨੈਸਕੋ ਏਸ਼ੀਆ ਪੈਸੀਫਿਕ ਅਵਾਰਡਸ ਦੇ ਮੁਤਾਬਿਕ ਫॉर ਕਲਚਰਲ ਹੈਰੀਟੇਜ ਕੰਜ਼ਰਵੇਸ਼ਨ ਇੰਡੀਆ ਦੇ ਵਿੱਚੋਂ ਕੁੱਲ ਕਿੰਨੀਆਂ ਸਾਈਟਸ ਚੂਜ਼ ਕੀਤੀਆਂ ਗਈਆਂ? ਹਾਊ ਮੈਨੀ ਸਾਈਟਸ ਵਰ ਚੋਜ਼ਨ ਫਰੋਮ ਇੰਡੀਆ ਫॉर द 2019 UNESCO Asia Pacific Award for Cultural Heritage Conservation? So total sites were 4, option number 4. Total 15th Finance Commission transfers constitute about dash of estimated gross revenue receipt of union. ਸੈਂਟਰ ਦੀ ਯੂਨੀਅਨ ਦੀ ਜਿੰਨੀ ਗ੍ਰੋਸ ਰੈਵਨਿਊ ਰਿਸੀਪਟ ਹੈ, ਜਿੰਨੀ ਉਹਨਾਂ ਨੂੰ ਇਨਕਮ ਵਗੈਰਾ ਜਨਰੇਟ ਹੁੰਦੀ ਹੈ, ਉਹਦਾ ਕਿੰਨੀ ਐਸਟੀਮੇਟਡ ਪਰਸੈਂਟੇਜ ਐਸ ਪਰ 15th ਫਾਈਨੈਂਸ ਕਮਿਸ਼ਨ ਟ੍ਰਾਂਸਫਰਸ ਕਨਸਟੀਟਿਊਟ ਕਰਦੀਆਂ ਨੇ। ਟ੍ਰਾਂਸਫਰਸ ਦੇ ਅੰਦਰ ਡੈਵੋਲੂਸ਼ਨ ਤੇ ਗ੍ਰਾਂਟਸ ਇਨ ਏਡ ਆਉਂਦਾ। ਸੋ 15ਵੇਂ ਫਾਈਨੈਂਸ ਕਮਿਸ਼ਨ ਦੇ ਅਨੁਸਾਰ ਜਿਹੜੀ ਇਹ ਪਰਸੈਂਟੇਜ ਹੈ that is 35%। ਸੋ 15th ਫਾਈਨੈਂਸ ਕਮਿਸ਼ਨ ਦੇ ਜੋ ਵੀ ਇੰਪੋਰਟੈਂਟ ਪੁਆਇੰਟਸ ਨੇ ਉਹ ਸਾਰੇ ਤੁਸੀਂ ਜ਼ਰੂਰ ਧਿਆਨ ਦੇ ਨਾਲ ਯਾਦ ਕਰਕੇ ਜਾਣੇ ਆ। ਨੈਕਸਟ ਅਗੇਨ ਇੰਪੋਰਟੈਂਟ ਕੁਐਸਚਨ ਹੈ 15th ਫਾਈਨੈਂਸ ਕਮਿਸ਼ਨ ਦੇ ਨਾਲ ਰਿਲੇਟਡ। ਸੋ 15th ਫਾਈਨੈਂਸ ਕਮਿਸ਼ਨ ਨੇ ਕਿਹਾ ਸੀ ਕਿ ਜਿਹੜਾ ਪਬਲਿਕ ਹੈਲਥ ਐਕਸਪੈਂਡੀਚਰ ਹੈ, ਲੋਕਾਂ ਦੇ ਸਵਾਸਥ ਦੇ ਲਈ ਤੁਸੀਂ ਖਰਚੇ ਲਈ ਅਮਾਉਂਟ ਪੈਸਾ ਐਲੋਕੇਟ ਕਰਨਾ ਹੈ, ਉਹਦੇ ਵਿੱਚ ਕਿੰਨੀ ਤੁਸੀਂ ਇਨਕਰੀਜ਼ ਕਰੋ ਸੋ ਦੈਟ 2025 ਤੱਕ ਉਹ ਜੀਡੀਪੀ ਦਾ ਕੁਝ ਪ੍ਰਤੀਸ਼ਤ ਬਣ ਸਕੇ। So 15th Finance Commission has recommended that public health expenditure of union and state together should be increased ਕਿ ਜਿਹੜਾ ਖਰਚਾ ਹੈ ਲੋਕਾਂ ਦੀ ਹੈਲਥ ਉੱਤੇ ਇਹ ਯੂਨੀਅਨ ਤੇ ਸਟੇਟ ਦੋਨਾਂ ਦਾ ਇਨਕਰੀਜ਼ ਹੋਣਾ ਚਾਹੀਦਾ ਹੈ so that ultimately ਸਾਲ 2025 ਤੱਕ ਇਹ 2.5% ਬਣ ਜਾਵੇ ਜੀਡੀਪੀ ਦਾ। ਕਿਉਂਕਿ ਕਿਸੇ ਵੀ ਇਕਨੋਮੀ ਨੂੰ ਜੇ ਤੁਸੀਂ ਸਟਰੋਂਗ ਸ਼ੋ ਕਰਨਾ ਹੈ, ਅਪਲਿਫਟ ਕਰਨਾ ਹੈ, ਤਾਂ ਉਹਦੇ ਲਈ ਪਬਲਿਕ ਹੈਲਥ ਐਕਸਪੈਂਡੀਚਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਸੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ 1। ਹਾਊ ਮੈਨੀ ਫਾਈਨੈਂਸ ਕਮਿਸ਼ਨ ਹੈਵ ਬੀਨ ਸੈਟ ਅਪ ਟੂ ਦ ਐਂਡ ਆਫ ਮਾਰਚ 2021? ਸੋ 2021 ਮਾਰਚ ਦਾ ਕੁੱਲ ਫਾਈਨੈਂਸ ਕਮਿਸ਼ਨ ਆ ਚੁੱਕੇ ਨੇ 15। ਸੋ ਜਿਹੜਾ ਰੀਸੈਂਟ ਹੈ ਜਿਹਦੀ ਮੈਂ ਤੁਹਾਨੂੰ ਕੁਝ ਇੰਪੋਰਟੈਂਟ ਰეკਮੈਂਡੇਸ਼ਨ ਦੱਸ ਰਹੀ ਹਾਂ ਉਹ ਹੈ 15ਵੇਂ ਫਾਈਨੈਂਸ ਕਮਿਸ਼ਨ ਦੀਆਂ। So next question, 15th Finance Commission recommended vertical devolution of divisible pool of central tax revenue at. So ਇਹ ਕਿੰਨਾ ਹੋਣਾ ਚਾਹੀਦਾ ਹੈ? 41%, option 3. Next is 15th Finance Commission final report contained recommendation for which period? ਸੋ ਜਿਹੜਾ ਇਹ ਸਭ ਤੋਂ ਰੀਸੈਂਟ ਫਾਈਨੈਂਸ ਕਮਿਸ਼ਨ ਆਇਆ 15ਵਾਂ, ਜਿਹੜੀ ਦੀ ਰਿਪੋਰਟ ਆਈ ਹੈ ਜਿਹਦੇ ਅੰਦਰ ਅਲੱਗ-ਅਲੱਗ ਰეკਮੈਂਡੇਸ਼ਨ ਨੇ ਕਿਸ ਪੀਰੀਅਡ ਦੇ ਲਈ ਨੇ?
ਸੋ ਆਪਾਂ ਨੂੰ ਪਤਾ ਹੈ ਇਹ 5 ਸਾਲ ਦਾ ਪੀਰੀਅਡ ਜਿਹੜਾ ਫਾਈਨੈਂਸ ਕਮਿਸ਼ਨ ਕਨਸਟੀਟਿਊਟ ਕਰਦੇ ਨੇ ਤੇ ਜਿਹੜਾ ਰੀਸੈਂਟ ਆਇਆ ਇਹ ਡੀਲ ਕਰ ਰਿਹਾ ਹੈ 2021 ਤੋਂ ਲੈ ਕੇ 2026 ਤੱਕ ਦਾ ਜਿਹੜਾ 5 ਸਾਲ ਦਾ ਟਾਈਮ ਪੀਰੀਅਡ ਹੈ। The base year for National Coal Index is National Coal Index ਦਾ base year ਹੈ 2017-18 ਸੋ ਇਹ ਵੀ ਕਾਫੀ ਨਿਊਜ਼ ਵਿੱਚ ਰਹਿ ਰਿਹਾ ਸੀ। This is also very important for all upcoming examination. Next is important project 5-star village project ਕਿਹੜੇ ਡਿਪਾਰਟਮੈਂਟ ਜਾਂ ਫਿਰ ਮਿਨਿਸਟਰੀ ਨੇ ਲਾਂਚ ਕੀਤਾ ਹੈ। ਸੋ ਇਹ 5 ਤਾਰਾ ਵਿਲੇਜ ਪ੍ਰੋਜੈਕਟ ਲਾਂਚ ਕੀਤਾ ਹੈ ਡਿਪਾਰਟਮੈਂਟ ਆਫ ਪੋਸਟ ਨੇ ਆਪਸ਼ਨ 1। ਨੈਕਸਟ ਇਜ਼ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀ ਇਹ ਜੀ ਕੰਪਨੀ ਹੈ ਪ੍ਰਾਈਵੇਟ ਨਾਮ ਹੈ ਆਰਗੇਨਾਈਜੇਸ਼ਨ ਦਾ ਜਿਹੜੀ ਕ੍ਰਿਪਟੋ ਕਰੰਸੀ ਵਿੱਚ ਡੀਲ ਨਹੀਂ ਕਰਦੀ which of the following does not deal in cryptocurrency ਸੋ ਉਹ ਹੈ ਰੁਪੇ ਆਪਸ਼ਨ 4। ਅਲੈਗਜ਼ੈਂਡਰ ਐਲਿਸ ਇਹਨਾਂ ਨੂੰ ਇੰਡੀਆ ਦੇ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਕਿਹੜੀ ਕੰਟਰੀ ਦੇ। ਸੋ ਅਲੈਗਜ਼ੈਂਡਰ ਐਲਿਸ ਹੈਜ਼ ਬੀਨ ਅਪਾਇੰਟਡ ਐਜ਼ ਦ ਨਿਊ ਬ੍ਰਿਟਿਸ਼ ਹਾਈ ਕਮਿਸ਼ਨਰ ਟੂ ਇੰਡੀਆ। ਨੈਕਸਟ ਹੈ ਕਿਹੜੀ ਸਟੇਟ ਗਵਰਨਮੈਂਟ ਹੈ ਜਿਹਨੇ ਡਿਸਾਈਡ ਕੀਤਾ ਹੈ ਕਿ ਉਹ ਵਰਲਡ ਦਾ ਸਭ ਤੋਂ ਲਾਰਜੈਸਟ ਸੋਲਰ ਪ੍ਰੋਜੈਕਟ ਫਲੋਟਿੰਗ ਸੋਲਰ ਪ੍ਰੋਜੈਕਟ ਸਟਾਰਟ ਕਰਨ ਜਾ ਰਹੇ ਨੇ 2023 ਤੱਕ। ਸੋ ਇਹ ਸਟੇਟ ਗਵਰਨਮੈਂਟ ਹੈ ਮੱਧ ਪ੍ਰਦੇਸ਼ ਆਪਸ਼ਨ ਡੀ। ਰੀਸੈਂਟਲੀ ਕਿਹੋ ਜਿਹਾ ਦੇਸ਼ ਹੈ ਕੰਟਰੀ ਹੈ ਜਿਹਨੇ ਆਪਣੇ ਰਾਸ਼ਟਰੀ ਗਾਨ ਦੇ ਵਿੱਚ ਥੋੜੇ ਜਿਹੇ ਚੇਂਜਸ ਲੈ ਕੇ ਆਂਦੀਆਂ ਨੇ ਇੱਕ ਦੋ ਵਰਡਸ ਨੂੰ ਅਮੈਂਡ ਕੀਤਾ ਹੈ ਸੋ ਦੈਟ ਜਿਹੜੇ ਉਸ ਕੰਟਰੀ ਦੇ ਇੰਡੀਜੀਨੀਅਸ ਲੋਕ ਨੇ ਇੱਕ ਪਾਰਟਿਕੂਲਰ ਕਮਿਊਨਿਟੀ ਦੇ ਲੋਕ ਨੇ ਉਹਨਾਂ ਨੂੰ ਆਨਰ ਕੀਤਾ ਜਾ ਸਕੇ। Which country recently amended national anthem to honor indigenous people? So A है Australia and this is very important question for all upcoming examination. National Youth Day किस दिन celebrate किया जाता है? Again important day and date from the month of January. So A है 12 जनवरी option D. IMD India Meteorological Department ने ਨਵਾਂ ਇੰਡੀਆ ਦਾ ਸਭ ਤੋਂ ਹਾਈਐਸਟ ਮੈਟੀਓਰੋਲੋਜੀਕਲ ਸੈਂਟਰ ਕਿਹੜੀ ਜਗ੍ਹਾ ਉੱਤੇ ਇਨੋਗਰੇਟ ਕੀਤਾ ਹੈ। ਸੋ ਇਹ ਜਗ੍ਹਾ ਹੈ ਲਦਾਖ ਆਪਸ਼ਨ ਏ। ਨੈਕਸਟ ਇਸ ਕਿਹੜੀ ਪਹਿਲੀ ਕੰਟਰੀ ਸੀ ਜਿਨੇ ਕੋਵਿਡ-19 ਦੇ ਲਈ ਆਕਸਫੋਰਡ ਐਸਟਰਾਜੈਨਿਕਾ ਦੇ ਦੁਆਰਾ ਤਿਆਰ ਕੀਤੀ ਹੋਈ ਵੈਕਸੀਨ ਨੂੰ ਅਪਰੂਵਲ ਦਿੱਤੀ ਸੀ। ਸੋ ਇਹ ਪਹਿਲੀ ਕੰਟਰੀ ਬਣੀ ਸੀ ਇੰਗਲੈਂਡ ਆਪਸ਼ਨ। ਜੋ ਬਿਡਨ ਨੇ ਸ਼ਪਥ ਲਈ ਸੀ 91ਵੇਂ ਰਾਸ਼ਟਰਪਤੀ ਦੇ ਤੌਰ ਤੇ ਆਫ ਯੂਨਾਈਟਿਡ ਸਟੇਟਸ ਆਫ ਅਮਰੀਕਾ। ਸੋ ਜੋ ਬਿਡਨ ਟੁਕ oath as 46th president of USA. Next is which one country became the first country to receive Indian COVID-19 vaccine? So ਪਹਿਲੀ country ਜਿਹਨੂੰ Indian COVID-19 vaccine ਮਿਲੀ ਸੀ that was Maldives option A. How many rockets has been launched by SpaceX agency on a single rocket? So SpaceX agency ਦੇ ਦੁਆਰਾ ਇੱਕ single rocket ਦੇ ਉੱਤੇ ਕੁੱਲ 143 rocket launch ਕੀਤੇ ਗਏ ਸੀ option D. Who has been crowned as Miss Universe 2021? ਸੋ ਆਪਾਂ ਨੇ ਪਿਛਲੇ ਇੱਕ ਪਾਰਟ ਦੇ ਅੰਦਰ 2020 ਦੇ Miss Universe ਦਾ ਨਾਮ ਦੇਖਿਆ ਸੀ। ਸੋ 2021 ਜੋ ਬਹੁਤ ਹੀ ਜ਼ਿਆਦਾ ਨਿਊਜ਼ ਵਿੱਚ ਰਹੇ ਨੇ ਇਹਨਾਂ ਦਾ ਨਾਮ ਹੈ ਹਰਨਾਜ਼ ਸੰਧੂ ਆਪਸ਼ਨ ਬੀ। ਸਰਯੂ ਕੈਨਾਲ ਨੈਸ਼ਨਲ ਪ੍ਰੋਜੈਕਟ ਕਿੱਥੇ ਇਨੋਗਰੇਟ ਕੀਤਾ ਗਿਆ? ਸੋ ਇਹ ਕੀਤਾ ਗਿਆ ਯੂਪੀ ਉੱਤਰ ਪ੍ਰਦੇਸ਼ ਆਪਸ਼ਨ ਸੀ। ਜਨਨੀਪਿਤ ਅਵਾਰਡ 2020 ਦਾ ਇਹਨਾਂ ਚਾਰਾਂ ਦੇ ਵਿੱਚੋਂ ਕਿਹਨੂੰ ਮਿਲਿਆ? ਸੋ ਇਹ ਮਿਲਿਆ ਨੀਲਮਨੀ ਫੁਕਨ ਆਪਸ਼ਨ ਬੀ। ਕਿਹੜੀ ਕੰਟਰੀ ਹੈ ਜਿਹਨੇ 2021 ਦਾ ਜੂਨੀਅਰ ਮੈਨ ਹਾਕੀ ਵਰਲਡ ਕੱਪ ਜਿੱਤਿਆ? ਵੈਰੀ ਇੰਪੋਰਟੈਂਟ। ਸੋ ਇਸ ਵਰਲਡ ਕੱਪ ਦੀ ਜੇਤੂ ਰਹੀ ਹੈ 2021 ਵਿੱਚ ਅਰਜਨਟੀਨਾ ਦੀ ਮੈਨ ਟੀਮ ਆਪਸ਼ਨ ਡੀ। ਕਾਸਟ ਆਫ ਲਿਵਿੰਗ ਇੰਡੈਕਸ 2021 ਦੇ ਮੁਤਾਬਿਕ ਦੁਨੀਆ ਦੇ ਵਿੱਚ ਰਹਿਣ ਦੇ ਲਈ ਸਭ ਤੋਂ ਜ਼ਿਆਦਾ ਐਕਸਪੈਂਸਿਵ ਮਹਿੰਗੀ ਸਿਟੀ ਕਿਹੜੀ ਹੈ? which one city become world's most expensive city to live in? ਸੋ ਇਹ ਬਣੀ ਹੈ ਟੈਲ ਅਵੀਵ ਆਪਸ਼ਨ ਬੀ ਤੇ ਇਹ ਜਿਹੜੀ ਸਿਟੀ ਹੈ ਇਹ ਹੈ ਇਜ਼ਰਾਈਲ ਵਿੱਚ। ਨੈਕਸਟ ਇਸ 2021 ਦਾ ਮੈਨਸ ਏਸ਼ੀਅਨ ਚੈਂਪੀਅਨਸ ਟਰਾਫੀ ਕਿਹਨੇ ਜਿੱਤਿਆ? ਸੋ ਚੈਂਪੀਅਨਸ ਟਰਾਫੀ ਜਿੱਤੀ ਹੈ ਸਾਊਥ ਕੋਰੀਆ ਆਪਸ਼ਨ ਡੀ। Who has been conferred with Sahitya Academy Award for 2021 for his or her English novel? So English novel ਦੇ ਲਈ ਸਾਹਿਤਿਆ ਅਕੈਡਮੀ ਅਵਾਰਡ ਜਿੱਤਿਆ ਨਮਿਤਾ ਗੋਖਲੇ ਨੇ ਆਪਸ਼ਨ ਸੀ। ਤੇ ਨੈਕਸਟ ਹੈ ਹਿੰਦੀ ਲੈਂਗੁਏਜ ਦੇ ਲਈ ਕਿਹਨੇ ਜਿੱਤਿਆ? ਸੋ ਇਹ ਦੋਨੋਂ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਐਗਜ਼ਾਮ ਵਿੱਚ ਆਉਣ ਦੇ ਕਾਫੀ ਹਾਈ ਚਾਂਸਸ ਹੈ।
ਹਿੰਦੀ ਭਾਸ਼ਾ ਦੇ ਵਿੱਚ 2021 ਦਾ ਸਾਹਿਤਯ ਅਕੈਡਮੀ ਅਵਾਰਡ ਜਿੱਤਿਆ ਦਇਆ ਪ੍ਰਕਾਸ਼ ਸਿਨਹਾ ਜੀ ਨੇ ਆਪਸ਼ਨ ਡੀ। ਵਰਲਡ ਫਿਸ਼ਰੀ ਡੇ ਕਿਸ ਦਿਨ ਸੈਲੀਬ੍ਰੇਟ ਕੀਤਾ ਜਾਂਦਾ ਹੈ? ਸੋ ਦਿਸ ਇਜ਼ ਸੈਲੀਬ੍ਰੇਟਡ ਔਨ 21 ਨਵੰਬਰ ਆਪਸ਼ਨ। ਨੈਕਸਟ ਹੈ ਓਡੀਸ਼ਾ ਦੇ ਕਿਹੜੇ ਜ਼ਿਲ੍ਹੇ ਨੂੰ ਇੰਡੀਆ ਦਾ ਭਾਰਤ ਦਾ ਬੈਸਟ ਮੈਰੀਨ ਡਿਸਟ੍ਰਿਕਟ ਅਵਾਰਡ ਮਿਲਿਆ ਹੈ? ਸੋ ਇਹ ਹੈ ਡਿਸਟ੍ਰਿਕਟ ਬਲਾਸੌਰ ਆਪਸ਼ਨ ਸੀ। ਨੈਕਸਟ ਇਜ਼ ਕਿਹੜੀ ਸਟੇਟ, ਸੋ ਹੁਣ ਉਰੇ ਗੱਲ ਆ ਰਹੀ ਹੈ ਸਟੇਟ ਦੀ, ਬੈਸਟ ਮੈਰੀਨ ਸਟੇਟ ਕਿਹੜੀ ਬਣੀ ਹੈ ਆਪਣੇ ਦੇਸ਼ ਦੀ? ਸੋ ਉਹ ਬਣੀ ਹੈ ਆਂਧਰਾ ਪ੍ਰਦੇਸ਼ ਆਪਸ਼ਨ ਡੀ। ਨੈਸ਼ਨਲ ਮਿਲਕ ਡੇ ਵੈਰੀ ਇੰਪੋਰਟੈਂਟ ਫॉर ऑल ਐਗਜ਼ਾਮੀਨੇਸ਼ਨ। ਨੈਸ਼ਨਲ ਮਿਲਕ ਡੇ ਆਬਜ਼ਰਵ ਕੀਤਾ ਜਾਂਦਾ ਹੈ 26 ਨਵੰਬਰ ਆਪਸ਼ਨ ਸੀ। Which northeastern state celebrate ਚੈਰੀ ਬਲੌਸਮ ਫੈਸਟੀਵਲ 2021 in ਨਵੰਬਰ? ਨਵੰਬਰ ਮਹੀਨੇ ਦੇ ਵਿੱਚ ਚੈਰੀ ਬਲੌਸਮ ਫੈਸਟੀਵਲ ਮਨਾਇਆ ਗਿਆ ਹੈ ਨਾਰਥ ਈਸਟਰਨ ਸਟੇਟ ਮੇਘਾਲਿਆ ਵਿੱਚ ਆਪਸ਼ਨ ਬੀ। ਤੇ ਇਹ ਵੀ ਕੁਐਸਚਨ ਬਹੁਤ ਵਾਰੀ ਐਗਜ਼ਾਮ ਵਿੱਚ ਰਿਪੀਟ ਹੁੰਦਾ ਹੈ। ਨੈਕਸਟ ਇਜ਼ ਵਰਲਡ ਦੀ ਸਭ ਤੋਂ ਨਵੀਂ ਰਿਪਬਲਿਕ ਕੰਟਰੀ ਕਿਹੜੀ ਬਣੀ ਹੈ? ਵੈਰੀ ਇੰਪੋਰਟੈਂਟ ਇੰਟਰਨੈਸ਼ਨਲ ਕਰੰਟ ਅਫੇਅਰ। ਵਿਚ ਵਨ ਹੈਜ਼ ਬਿਕਮ ਦ ਵਰਲਡਸ ਨਿਊਐਸਟ ਰਿਪਬਲਿਕ? ਸੋ ਇਹ ਬਣੀ ਹੈ ਬਾਰਬਾਡੋਸ ਆਪਸ਼ਨ ਡੀ। ਨੈਕਸਟ ਵਰਲਡ ਐਥਲੈਟਿਕ ਤੋਂ ਵਿਮਨ ਆਫ ਦ ਈਅਰ ਅਵਾਰਡ ਕਿਸ ਇੰਡੀਅਨ ਐਥਲੀਟ ਨੂੰ ਮਿਲਿਆ? ਸੋ ਇਹ ਮਿਲਿਆ ਅੰਜੂ ਬੌਬੀ ਜਾਰਜ ਆਪਸ਼ਨ ਸੀ। ਮੈਨ ਬੈਲਨ ਡੋਰ ਅਵਾਰਡ ਇਨ 2021 ਕਿਹਨੂੰ ਮਿਲਿਆ? ਇਹ ਬਹੁਤ ਵਾਰੀ ਐਗਜ਼ਾਮ ਨਿਊਜ਼ ਵਿੱਚ ਵੀ ਰਹਿੰਦਾ ਹੈ, ਐਗਜ਼ਾਮ ਦੇ ਲਈ ਵੀ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹ ਅਵਾਰਡ ਆਪਣੇ ਆਪ ਵਿੱਚ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇੱਕ ਸਿਗਨੀਫੀਕੈਂਟ ਅਵਾਰਡ ਹੈ। ਸੋ ਜਿਹੜਾ 2021 ਦਾ ਜਿੱਤਿਆ ਹੈ ਇਹ ਜਿੱਤਿਆ ਹੈ ਲਿਓਨਲ ਮੈਸੀ ਆਪਸ਼ਨ ਏ। ਪਰਾਗ ਅਗਰਵਾਲ ਕਿਹੜੀ ਕੰਪਨੀ ਦੇ CEO ਨਿਯੁਕਤ ਹੋਏ ਨੇ? ਸੋ ਇਹ ਵੀ ਬਾਰ-ਬਾਰ ਨਿਊਜ਼ ਵਿੱਚ ਰਹਿ ਰਹੀ ਸੀ, ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਸੀ। ਪਰਾਗ ਅਗਰਵਾਲ ਰੀਸੈਂਟਲੀ ਅਪਾਇੰਟ ਕੀਤੇ ਗਏ ਨੇ ਟਵਿੱਟਰ ਦੇ CEO ਆਪਸ਼ਨ ਏ। ਤੇ ਇਹ ਸਾਰੇ ਐਗਜ਼ਾਮਸ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਨੈਕਸਟ ਹੈ ਇੰਡੀਆ ਦੇ ਭਾਰਤ ਦੇ ਪਹਿਲੇ ਬੈਟਸਮੈਨ ਜਿਨ੍ਹਾਂ ਨੇ 100.5 ਸੈਂਚੁਰੀ ਸਕੋਰ ਕੀਤੀ ਹੈ ਆਪਣੇ ਪਹਿਲੇ ਹੀ ਟੈਸਟ ਡੈਬਿਊ ਦੇ ਵਿੱਚ। ਸੋ ਇਹ ਬਣੇ ਨੇ ਭਾਰਤੀ ਕ੍ਰਿਕਟਰ ਸ਼੍ਰੇਯਸ ਅਯਰ ਆਪਸ਼ਨ ਬੀ। ਨੈਸ਼ਨਲ ਐਨਰਜੀ ਕੰਜ਼ਰਵੇਸ਼ਨ ਡੇ ਵੈਰੀ ਇੰਪੋਰਟੈਂਟ ਡੇ ਫਰੋਮ ਦੀ ਮੰਥ ਆਫ ਦਸੰਬਰ। ਸੋ ਇਹ ਆਬਜ਼ਰਵ ਕੀਤਾ ਜਾਂਦਾ ਹੈ 14 ਦਸੰਬਰ ਆਪਸ਼ਨ ਸੀ। ਟਾਈਮ ਮੈਗਜ਼ੀਨ ਦੇ ਦੁਆਰਾ ਪਰਸਨ ਆਫ ਦ ਈਅਰ ਅਵਾਰਡ ਕਿਹਨੂੰ ਦਿੱਤਾ ਗਿਆ? Who has been declared as person of the year by Time magazine? ਸੋ ਇਹ ਮਿਲਿਆ ਐਲਨ ਮਸਕ ਆਪਸ਼ਨ ਏ। ਇਸ ਸਾਲ 2 ਦਿਨਾਂ ਦਾ G20 ਸਮਿਟ ਕਿਹੜੀ ਕੰਟਰੀ ਹੋਸਟ ਕਰ ਰਹੀ ਹੈ, ਚੇਅਰ ਕੌਣ ਕਰ ਰਹੀ ਹੈ? ਸੋ ਉਹ ਹੈ ਇਟਲੀ ਆਪਸ਼ਨ ਏ। ਇੰਡੀਆ ਨੇ ਪਲਾਨ ਕੀਤਾ ਹੈ ਕਿ ਉਹ ਜਿਹੜੇ ਕਾਰਬਨ ਐਮਿਸ਼ਨ ਨੇ ਉਹਨਾਂ ਨੂੰ ਨੈਟ ਜ਼ੀਰੋ ਕਰੂਗੀ ਬਾਈ ਵਿਚ ਈਅਰ? ਜਿਹੜਾ ਇਹ ਸਾਲ ਹੈ ਇਹ ਜੇ ਤੁਸੀਂ ਇਕਨੋਮਿਕ ਸਰਵੇ ਚੱਕ ਕੇ ਦੇਖ ਲਓ, ਰੀਸੈਂਟ ਯੂਨੀਅਨ ਬਜਟ ਦੇਖ ਲਓ, ਹਰ ਚੀਜ਼ ਦੇ ਵਿੱਚ ਅਲੱਗ ਤੋਂ ਇਹਦੀ ਗੱਲ ਕੀਤੀ ਗਈ ਹੈ। ਇਹ ਟਾਰਗੇਟ ਬਾਰ-ਬਾਰ ਨਿਊਜ਼ ਵਿੱਚ ਆ ਰਿਹਾ ਹੈ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਕੁਐਸਚਨ। ਸੋ ਜਿਹੜਾ ਇੰਡੀਆ ਨੇ ਪਲਾਨ ਕੀਤਾ ਹੈ ਟੂ ਰਿਡਿਊਸ ਇਟਸ ਐਮਿਸ਼ਨ, ਸੋ ਕਾਰਬਨ ਐਮਿਸ਼ਨ ਦੀ ਗੱਲ ਹੋ ਰਹੀ ਹੈ ਟੂ ਨੈਟ ਜ਼ੀਰੋ ਬਾਈ 2070 ਆਪਸ਼ਨ ਸੀ। ਨੈਕਸਟ ਹੈ ਕਿਹੜੀ ਕੰਪਨੀ ਹੈ ਜਿਹਨੇ ਆਪਣਾ ਨਾਮ ਤੇ ਲੋਗੋ ਮੈਟਾ ਪਲੇਟਫਾਰਮ ਇੰਕ ਨੂੰ ਚੇਂਜ ਕਰ ਲਿਆ ਹੈ? ਸੋ ਇਹ ਹੈ ਫੇਸਬੁੱਕ ਆਪਸ਼ਨ ਬੀ। ਅਗਨੀ 5 ਕੈਨ ਸਟ੍ਰਾਈਕ ਦ ਟਾਰਗੇਟ ਅਪ ਟੂ ਦ ਰੇਂਜ ਆਫ ਅਗਨੀ 5 ਜੋ ਬਹੁਤ ਜ਼ਿਆਦਾ ਨਿਊਜ਼ ਵਿੱਚ ਰਹਿ ਰਹੀ ਹੈ, ਇਹਦਾ ਟਾਰਗੇਟ ਰੇਂਜ ਕਿੰਨੀ ਹੈ? ਸੋ ਉਹ ਹੈ 5000 ਕਿਲੋਮੀਟਰ ਆਪਸ਼ਨ ਸੀ। ਪਹਿਲਾ ਆਡਿਟ ਦਿਵਸ ਇੰਡੀਆ ਦੇ ਅੰਦਰ ਕਿਸ ਦਿਨ ਸੈਲੀਬ੍ਰੇਟ ਕੀਤਾ ਗਿਆ ਹੈ? ਸੋ ਫਰਸਟ ਆਡਿਟ ਦਿਵਸ ਇਨ ਇੰਡੀਆ ਇਜ਼ ਸੈਲੀਬ੍ਰੇਟਡ ਔਨ 16th November option C. Which day has been approved to celebrate as जनजातीय गौरव दिवस? So जनजातीय गौरव दिवस celebrate ਕੀਤਾ ਜਾਊਗਾ 15 ਨਵੰਬਰ option A. World Day of Audio Visual Heritage. This is observed on 27th October option C. Who became the first Indian player to score a century in Women's Big Bash League? ਇਹਦੇ ਵਿੱਚ ਪਹਿਲੀ ਭਾਰਤੀ ਪਲੇਅਰ ਜਿਨ੍ਹਾਂ ਨੇ 100 ਸਕੋਰ ਕੀਤਾ ਹੈ, ਸੈਂਚੁਰੀ ਪੂਰੀ ਕੀਤੀ ਹੈ ਇਨ ਵਿਮਨ ਬਿਗ ਬੈਸ਼ ਲੀਗ, ਉਹ ਹੈ ਸਮ੍ਰਿਤੀ ਮੰਦਾਨਾ ਆਪਸ਼ਨ ਏ। ਨੈਕਸਟ ਹੈ ਸਭ ਤੋਂ ਸਾਫ਼ ਸਿਟੀ ਕਿਹੜੀ ਡਿਕਲੇਅਰ ਕੀਤੀ ਗਈ ਹੈ ਭਾਰਤ ਦੀ ਇਨ ਸਵੱਛ ਸਰਵੇਖਣ 2021? ਵੈਰੀ ਇੰਪੋਰਟੈਂਟ ਕੁਐਸਚਨ for all upcoming examinations. So this is Indore option B. ਤੇ ਅੱਜ ਦੇ ਇਸ part 3 ਦਾ ਲਾਸਟ ਕੁਐਸਚਨ ਹੈ
which state, so ਹੁਣ ਉਰੇ ਗੱਲ ਕਰ ਰਹੇ ਆਪਾਂ state ਦੀ, ਉੱਪਰ ਗੱਲ ਕੀਤੀ ਸੀ city ਦੀ। so state ਜਿਹੜੀ ਸਭ ਤੋਂ cleanest ਪੂਰੀ overall ਸਾਫ਼ state आई है वो है option D Chhattisgarh। So which state has been ranked as the cleanest state in India in the Swachh Sarvekshan 2021? So that is Chhattisgarh। So this was all about today's lecture. I hope you liked the video. Please do subscribe to my channel, share it. Thank you and good luck.